Hi dear students of 10th class, I am going to solve the daily dose of 28th of September which is related with Death the Leveler poem. Question: what is the theme or central idea of the poem Death the Leveler? Answer: death spares none. It is a great leveler. The high and the low, the rich and the poor cannot escape the icy hands of death. There is no defense against death. The only things that last forever are the just and noble deeds. ਸੋ ਬੱਚਿਓ ਆਨਸਰ ਹੈ ਉਹਨੂੰ ਥੋੜਾ ਸਮਝਦੇ ਹਾਂ। ਡੈਥ ਸਪੇਅਰਸ ਨਨ, ਯਾਨੀ ਡੈਥ ਕਿਸੇ ਨੂੰ ਵੀ ਨਹੀਂ ਛੱਡਦੀ। ਇਟ ਇਜ਼ ਏ ਗ੍ਰੇਟ ਲੈਵਲਰ, ਇੱਕ ਬਹੁਤ ਮਹਾਨ ਲੈਵਲਰ ਆ। ਲੈਵਲਰ ਹੁੰਦਾ ਬਰਾਬਰ ਰੱਖਣ ਵਾਲਾ। ਦਾ ਹਾਈ ਐਂਡ ਦਾ ਲੋ, ਉੱਚਾ ਅਤੇ ਨੀਵਾਂ, ਰਿਚ ਐਂਡ ਪੂਅਰ, ਅਮੀਰ ਅਤੇ ਗਰੀਬ, ਕੈਨ ਨਾਟ escape, escape ਹੁੰਦਾ ਬਚਣਾ। ਆਈਸੀ ਹੈਂਡਸ, ਆਈਸੀ ਆਈਸ ਤੋਂ ਬਣਿਆ, ਠੰਡੇ। ਹੈਂਡਸ ਹੱਥ ਆਫ ਡੈਥ, ਕੋਈ ਵੀ ਜਿਹੜਾ ਆ ਮੌਤ ਦੇ ਠੰਡੇ ਹੱਥਾਂ ਤੋਂ ਨਹੀਂ ਬਚ ਸਕਿਆ। ਦੇਰ ਇਜ਼ ਨੋ ਡਿਫੈਂਸ ਅਗੇਂਸਟ ਡੈਥ। ਬੱਚਿਓ ਇੱਕ ਵਰਡ ਡਿਫੈਂਸ ਆਇਆ ਵਿੱਚ, ਆਮ ਤੌਰ 'ਤੇ ਆਪਾਂ ਦੇਖਦੇ ਹਾਂ ਜਿਹੜਾ ਅਸੀਂ ਨੋਰਮਲੀ ਯੂਜ਼ ਕਰਦੇ ਹਾਂ ਡਿਫੈਂਸ, ਉਹ DEFENCE ਹੁੰਦਾ, ਇੱਥੇ ਐਸ ਨਾ ਪਾਇਆ। ਬਟ ਡਿਫੈਂਸ ਐਂਡ defense both from C or from S are correct. The difference between them, the fact that one spelled with C and the other with S. In the United States of America, people spell it with S. ਯਾਨੀ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੇ ਲੋਕ ਆ ਉਹ ਐਸ ਦੇ ਨਾਲ ਡਿਫੈਂਸ ਲਿਖਦੇ ਆ। And in the other hand, where British English is used, they use the spelling with C. ਪਰ ਮੋਸਟ ਆਫ ਦਾ ਪਾਰਟ ਆਫ ਦਾ ਵਰਲਡ ਜਿਹੜਾ ਆ ਉਹਦੇ ਵਿੱਚ ਬ੍ਰਿਟਿਸ਼ ਇੰਗਲਿਸ਼ ਯੂਜ਼ ਹੁੰਦੀ ਆ, ਕਿਉਂਕਿ ਅੰਗਰੇਜ਼ਾਂ ਨੇ ਬਹੁਤ ਸਾਰੇ ਦੇਸ਼ਾਂ 'ਤੇ ਅਧਿਕਾਰ ਕੀਤਾ ਸੀਗਾ, ਇਸ ਕਰਕੇ ਉਹਨਾਂ ਦੀ ਇੰਗਲਿਸ਼ ਦਾ ਪ੍ਰਭਾਵ ਜਿਹੜਾ ਆ ਸਾਰੇ ਦੇਸ਼ਾਂ 'ਤੇ ਜ਼ਿਆਦਾ ਆ। ਤਾਂ ਉਹ ਬ੍ਰਿਟਿਸ਼ ਇੰਗਲਿਸ਼ ਦੇ ਵਿੱਚ ਡਿਫੈਂਸ CE ਨਾਲ ਲਿਖਿਆ ਜਾਂਦਾ ਆ। ਸੋ ਡਿਫਰੈਂਸ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਡਿਫੈਂਸ ਅਤੇ ਡਿਫੈਂਸ ਜਿਹੜਾ ਐਸ ਨਾਲ ਆ, ਜਿਹੜਾ ਸੀ ਨਾਲ, ਉਹ 'ਚ ਕੀ ਫਰਕ ਹੈ। ਜਿਹੜਾ ਐਸ ਨਾਲ ਉਹ ਅਮੈਰੀਕਨ ਇੰਗਲਿਸ਼ ਦੇ ਵਿੱਚ ਯੂਜ਼ ਹੁੰਦਾ ਆ, ਜਿਹੜਾ CE ਦੇ ਨਾਲ ਆ ਉਹ ਬ੍ਰਿਟਿਸ਼ ਇੰਗਲਿਸ਼ ਨਾਲ ਯੂਜ਼ ਹੁੰਦਾ। ਮਤਲਬ ਦੋਵਾਂ ਦਾ ਸੇਮ ਆ ਅਤੇ ਦੋਵੇਂ ਸਹੀ ਆ। ਠੀਕ ਹੈ। ਡਿਫੈਂਸ ਦਾ ਮਤਲਬ ਹੁੰਦਾ ਕਿਸੇ ਦੀ ਰੱਖਿਆ ਕਰਨਾ, ਆਪਣੇ ਆਪ ਨੂੰ ਬਚਾਉਣਾ। ਕਈ ਜਗ੍ਹਾ 'ਤੇ ਇਹਦਾ ਇਸਤੇਮਾਲ ਹੋ ਸਕਦਾ, ਯਾਨੀ ਮੌਤ ਤੋਂ ਕੋਈ ਬਚਾਅ ਨਹੀਂ ਹੈਗਾ। ਦੇਰ ਇਜ਼ ਨੋ ਡਿਫੈਂਸ ਅਗੇਂਸਟ ਡੈਥ। ਦ ਓਨਲੀ ਥਿੰਗਸ ਦੈਟ ਲਾਸਟ ਫੋਰ ਐਵਰ ਆਰ ਦਾ ਜਸਟ ਐਂਡ ਨੋਬਲ ਡੀਡਸ। ਜਿਹੜੇ ਤੁਹਾਡੇ ਚੰਗੇ ਕੰਮ ਆ, ਨਾ ਨਿਆਂਪੂਰਵਕ ਕੰਮ ਹੈਗੇ, ਜਿਹੜੇ ਤੁਸੀਂ ਵਧੀਆ ਕੰਮ ਇਸ ਧਰਤੀ 'ਤੇ ਕੀਤੇ, ਉਹੀ ਯਾਦ ਰਹਿੰਦੇ ਆ। ਬਾਕੀ ਸਭ ਕੁਛ ਜਿਹੜਾ ਆ ਉਹ ਤੁਹਾਡੀ ਮੌਤ ਦੇ ਨਾਲ ਖਤਮ ਹੋ ਜਾਂਦਾ ਹੈ। ਰਾਈਟ, ਟਰੂ ਔਰ ਫਾਲਸ। ਦੇਰ ਇਜ਼ ਨੋ ਆਰਮਰ ਅਗੇਂਸਟ ਫੇਟ। ਆਰਮਰ ਕਵਚ, ਬਚਾਉਣ ਵਾਲਾ। ਕੋਈ ਵੀ ਕਵਚ ਨਹੀਂ ਹੈਗਾ ਮੌਤ ਦੇ ਵਿਰੁੱਧ। ਤਾਂ ਕੀ ਹੈ ਇਹ ਸਹੀ ਆ, ਟਰੂ ਆ। ਡੈਥ ਸਪੇਅਰਸ ਦਾ ਮਾਈਟੀ ਬਟ ਪਨਿਸ਼ਿਜ਼ ਦਾ ਵੀਕ। ਡੈਥ ਜਿਹੜੇ ਆ ਤਾਕਤਵਰ ਲੋਕਾਂ ਨੂੰ ਛੱਡ ਦਿੰਦੀ ਆ, ਮੌਤ ਛੱਡ ਦਿੰਦੀ ਆ, ਅਤੇ ਜਿਹੜੇ ਕਮਜ਼ੋਰ ਆ ਉਹਨਾਂ ਨੂੰ ਸਜ਼ਾ ਦਿੰਦੀ ਆ। ਗਲਤ ਆ, ਕਿਉਂਕਿ ਦੋਵੇਂ ਮੌਤ ਦੇ ਸਾਹਮਣੇ ਬਰਾਬਰ ਆ। ਡੈਥ ਕੈਨ ਈਵਨ ਕਿਲ ਗੁੱਡ ਡੀਡਸ। ਮੌਤ ਦੇ ਨਾਲ ਜਿਹੜੇ ਚੰਗੇ ਕੰਮ ਆ ਉਹ ਵੀ ਖਤਮ ਹੋ ਜਾਂਦੇ ਆ। ਇਹ ਗਲਤ ਆ, ਫਾਲਸ ਆ, ਕਿਉਂਕਿ ਚੰਗੇ ਕੰਮ ਹਮੇਸ਼ਾ ਯਾਦ ਰਹਿ ਜਾਂਦੇ ਆ, ਲੋਕ ਉਹ ਕੰਮਾਂ ਨੂੰ ਯਾਦ ਕਰਦੇ ਆ। ਡੈਥ ਲੇਸ ਹਿਜ਼ ਆਈਸੀ ਹੈਂਡਸ ਔਨ ਕਿੰਗਸ। ਇਹ ਸਹੀ ਆ। ਮੌਤ ਦੇ ਜਿਹੜੇ ਬਰਫੀਲੇ ਹੱਥ ਆ, ਠੰਡੇ ਹੱਥ ਆ, ਉਹ ਰਾਜਿਆਂ ਤੱਕ ਵੀ ਪਹੁੰਚਦੇ ਆ। ਸੋ ਟਰੂ ਫਾਲਸ ਦੇ ਵਿੱਚ ਸਾਡੇ ਕੋਲ ਜੋ ਡਾਰਕ ਕੀਤੇ, ਜਿਵੇਂ ਫਸਟ ਵਾਲਾ ਟਰੂ ਆ,
ਸੈਕਿੰਡ ਵਾਲਾ ਫਾਲਸ ਆ, ਥਰਡ ਵਾਲਾ ਵੀ ਫਾਲਸ ਆ, ਤੇ ਫੋਰਥ ਵਾਲਾ ਟਰੂ ਆ। ਇਹ ਤੁਸੀਂ ਨੋਟ ਕਰ ਲਿਓ। ਅੱਛਾ, ਅੱਗੇ ਬਲੈਂਕਸ ਆ, ਫਿਲਿੰਗ ਦਾ ਬਲੈਂਕਸ। ਨੇਮ ਆਫ ਦਾ ਪੋਇਮ ਇਜ਼, ਪੋਇਮ ਦਾ ਨਾਮ ਕੀ ਆ? ਡੈਥ ਦਾ ਲੈਵਲਰ। ਨੇਮ ਆਫ ਦਾ ਪੋਇਟ ਇਜ਼ ਜੇਮਸ ਸ਼ਿਰਲੇ। ਦੇਰ ਇਜ਼ ਨੋ ਡੈਸ਼ ਅਗੇਂਸਟ ਫੇਟ। ਦੋ ਆਪਸ਼ਨ ਦਿੱਤੇ, ਆਰਮਰ ਤੇ ਸਪੋਰਟ, ਤਾਂ ਇੱਥੇ ਆਉਣਾ ਆਪਸ਼ਨ ਆਰਮਰ। ਡੈਥ ਟ੍ਰੀਟਸ ਐਵਰੀਬॉडी ਅਨਇਕੁਅਲੀ ਔਰ ਇਕੁਅਲੀ। ਇਕੁਅਲੀ, ਮੌਤ ਦੇ ਸਾਹਮਣੇ ਸਾਰੇ ਬਰਾਬਰ ਆ। ਡੈਥ ਡੈਸ਼ ਨਨ। ਡੈਥ ਸਪੇਅਰਸ ਨਨ, ਕਿਸੇ ਨੂੰ ਵੀ ਨਹੀਂ ਛੱਡਦੀ। ਸੋ ਇਹ ਮਾਰਕ ਕੀਤੇ ਹੋਏ ਆ ਆਨਸਰ, ਲਿਖਿਆ ਵੀ ਹੋਇਆ, ਤੁਸੀਂ ਇਹਨਾਂ ਨੂੰ ਧਿਆਨ ਨਾਲ ਨੋਟ ਕਰ ਸਕਦੇ ਹੋ। Who are equal before death? Mighty kings and the poor peasants are equal before death. ਤਾਕਤਵਰ ਰਾਜੇ ਤੇ ਗਰੀਬ ਕਿਸਾਨ, ਪੀਜ਼ਨ ਹੁੰਦਾ ਕਿਸਾਨ, ਦੋਵੇਂ ਮੌਤ ਦੇ ਸਾਹਮਣੇ ਬਰਾਬਰ ਆ। What does the expression Scythia and spade stands for in line 8? Scythia and spade ਦੋ ਵਰਡ ਯੂਜ਼ ਹੋਏ ਆ। ਇਹ ਕਾਹਦੇ, ਕਿਸ ਚੀਜ਼ ਨੂੰ ਵਿਅਕਤ ਕਰਦੇ, ਕਿਸ ਚੀਜ਼ ਨੂੰ ਐਕਸਪ੍ਰੈਸ ਕਰਦੇ ਆ? The given expression stands for the poor peasant and the laborers. ਕਿਉਂਕਿ ਸਾਈਥੀ ਦਾ ਮਤਲਬ ਹੁੰਦਾ ਦਾਤੀ, ਜਿਹਦੇ ਨਾਲ ਆਪਾਂ ਪੱਠੇ ਵੱਢਦੇ ਹਾਂ। ਸਪੇਡ, ਬੇਲਚਾ, ਫਾਵੜਾ ਜਾਂ ਕਹੀ ਜਾਂ ਰੰਬਾ, ਇਹ ਦੋਵੇਂ ਚੀਜ਼ਾਂ ਨਿਸ਼ਾਨੀਆਂ ਕਿਹਦੀਆਂ? ਰਾਜਿਆਂ ਦੀਆਂ ਤਾਂ ਹੈ ਹੀ ਨਹੀਂ ਗੀਆਂ ਨਿਸ਼ਾਨੀਆਂ, ਇਹ ਕਿਸਾਨਾਂ ਦੀਆਂ ਨਿਸ਼ਾਨੀਆਂ ਆ, ਜਾਂ ਲੇਬਰ ਜਿਹੜੇ ਲੋਕ ਮਜ਼ਦੂਰੀ ਕਰਦੇ ਉਹਨਾਂ ਦੀ ਨਿਸ਼ਾਨੀ ਆ, ਤਾਂ ਇਹ ਉਹਨਾਂ ਨੂੰ ਐਕਸਪ੍ਰੈਸ ਕਰਦੀ ਆ। ਸੋ ਬੱਚਿਓ, ਇਹ ਸੀ ਆਪਣੀ 28 ਸਤੰਬਰ ਦੀ ਡੇਲੀ ਡੋਜ਼। ਇਹ ਡੈਥ ਦਾ ਲੈਵਲਰ ਪੋਇਮ ਨਾਲ ਰਿਲੇਟਡ ਹੈਗੀ ਆ। ਅਤੇ ਜਿਹੜੇ ਬੱਚਿਆਂ ਨੇ ਡੈਥ ਦਾ ਲੈਵਲਰ ਪੋਇਮ ਨਹੀਂ ਪੜ੍ਹੀ, ਉਹਨਾਂ ਵਾਸਤੇ ਇੱਕ ਵੀਡੀਓ ਵੀ ਬਣਾਈ ਹੋਈ ਆ। ਉਹ ਤੁਸੀਂ ਪਹਿਲਾਂ ਵੀਡੀਓ ਦੇਖ ਕੇ ਸਾਰੀ ਪੋਇਮ ਨੂੰ ਸਮਝ ਸਕਦੇ ਆ, ਅਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਇਹ ਡੇਲੀ ਡੋਜ਼ ਕਰਨੀ ਸੌਖੀ ਹੋ ਜਾਊਗੀ। ਧੰਨਵਾਦ।